ਸਤਿ ਸ੍ਰੀ ਅਕਾਲ। ਮੈਂ ਤੁਹਾਡੇ ਨਾਲ ਸੁਖਰਾਜ ਸਿੰਘ। ਮੇਰੇ ਨਾਲ ਪੰਜਾਬ ਹਰਿਆਣਾ ਹਾਈ ਕੋਰਟ ਦੇ ਉੱਗੇ ਵਕੀਲ ਐਡਵੋਕੇਟ RS ਬੈਂਸ ਮੌਜੂਦ ਨੇ। ਅੱਜ ਜਦੋਂ ਸੁਪਰੀਮ ਕੋਰਟ ਦੇ ਚੀਫ ਜਸਟਿਸ ਥਾਣਿਆਂ 'ਚ ਹੁੰਦੀ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਦੀ ਗੱਲ ਕਰਦੇ ਨੇ, ਥਾਣਿਆਂ ਦੇ ਵਿੱਚ ਆਮ ਲੋਕਾਂ ਦੇ ਨਾਲ ਕਹਿ ਲਓ ਜਾਂ ਕੁਝ ਖਾਸ ਲੋਕਾਂ ਦੇ ਨਾਲ ਵੀ ਜਦੋਂ ਕੁੱਟਮਾਰ ਹੁੰਦੀ ਹੈ ਤਾਂ ਸਵਾਲ ਉੱਠਣੇ ਲਾਜ਼ਮੀ ਨੇ। ਲੋਕਾਂ ਦੀ ਲੁੱਟ ਕਿੱਦਾਂ ਹੁੰਦੀ ਹੈ, ਲੋਕਾਂ ਨੂੰ ਝੂਠੇ ਕੇਸਾਂ ਦੇ ਵਿੱਚ ਫਸਾਇਆ ਜਾਂਦਾ। ਅਸੀਂ ਪਿੱਛੇ ਪੰਜਾਬ ਦੇ ਵਿੱਚ ਜਿਹੜਾ ਚਲਣ ਦੇਖਦੇ ਆ ਰਹੇ ਆ ਕਿ ਪੰਜਾਬ ਦੇ ਵਿੱਚ ਜੋ ਕੁਝ ਵਾਪਰਦਾ, ਜੋ ਕੁਝ ਥਾਣਿਆਂ ਦੇ ਵਿੱਚ ਸਿਆਸੀ ਗੰਢ ਧੁੱਪ ਜਿਹੜੀ ਹੈ, ਪੁਲਿਸ ਤੇ ਸਿਆਸਤ ਦਾ ਜਿਹੜਾ ਨੈਕਸਸ ਚੱਲਦਾ, ਉਹਦੇ ਉੱਤੇ ਵੀ ਚਰਚਾ ਹੋਣੀ ਇਸ ਸਭ ਦੇ ਵਿਚਾਲੇ ਲਾਜ਼ਮੀ ਹੈ, ਕਿਉਂਕਿ ਅਸੀਂ ਪੰਜਾਬ ਦੇ ਪ੍ਰਤੀ ਜਿਹੜਾ ਲਗਾਤਾਰ ਇਹਨਾਂ ਮੁੱਦਿਆਂ ਦੇ ਉੱਤੇ ਆਵਾਜ਼ ਜਿਹੜੀ ਹੈ ਉਹ ਸਾਹਮਣੇ ਲਿਆਉਂਦੇ ਰਹਿੰਦੇ ਆ ਕਿ ਆਖਿਰਕਾਰ ਪੰਜਾਬ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਿਸ ਢੰਗ ਦੇ ਨਾਲ ਹੋ ਰਹੀ ਹੈ। ਇਸ ਸਭ ਦੇ ਉੱਤੇ ਅਸੀਂ ਗੱਲਬਾਤ ਕਰਾਂਗੇ ਕਿ ਕਿਉਂ ਲੋਕਾਂ ਨੂੰ ਕਾਨੂੰਨੀ ਹੱਕਾਂ ਤੋਂ ਵਾਂਝਾ ਰੱਖਿਆ ਜਾਂਦਾ। ਸਵਾਗਤ ਹੈ ਤੁਹਾਡਾ ਬੈਂਸ ਸਾਹਿਬ। ਸ਼ੁਕਰੀਆ ਜੀ, ਸ਼ੁਕਰੀਆ, ਸਤਿ ਸ਼੍ਰੀ ਅਕਾਲ। ਸ਼ੁਕਰੀਆ ਬੈਂਸ ਸਾਹਿਬ। ਚੀਫ ਜਸਟਿਸ ਸਾਹਿਬ ਦੀ ਟਿੱਪਣੀ, ਹਾਲਾਂਕਿ ਪਹਿਲਾਂ ਵੀ ਉਹ ਤਾਨਾਸ਼ਾਹੀ ਨੂੰ ਲੈ ਕੇ ਜਾਂ ਹੋਰ ਮਸਲੇ ਦੇ ਉੱਤੇ ਜਿਹੜੇ ਸਿੱਧੇ ਲੋਕਾਂ ਦੇ ਅਧਿਕਾਰਾਂ ਨਾਲ ਜੁੜੇ ਨੇ ਉਹਨੂੰ ਲੈ ਕੇ ਵੀ ਟਿੱਪਣੀਆਂ ਕਰਦੇ ਰਹੇ ਨੇ। ਇੱਕ ਆਸ ਜੀ ਲੋਕਾਂ ਨੂੰ ਵੱਜ ਗਈ ਹੈ ਕਿ ਸ਼ਾਇਦ ਹੁਣ ਜਿਹੜਾ ਉਹ ਇੱਕ ਇਨਸਾਫ ਪਸੰਦ ਕੋਈ ਜਾਂ ਕਹਿ ਲਓ ਕਿ ਇਨਸਾਫ ਜਿਹੜਾ ਉਹ ਲੋਕਾਂ ਨੂੰ ਮਿਲ ਸਕਦਾ ਹੈ, ਜਿਨ੍ਹਾਂ ਮਾਮਲਿਆਂ ਦੇ ਵਿੱਚ ਲੋਕ ਉਡੀਕ ਕਰਦੇ ਨੇ ਲੰਮੇ ਸਮੇਂ ਤੋਂ ਅਦਾਲਤਾਂ ਦੇ ਵਿੱਚ ਗੇੜੇ ਚੱਕਰ ਕੱਟ ਕੇ। ਅੱਜ ਜਦੋਂ ਮਨੁੱਖੀ ਅਧਿਕਾਰਾਂ ਦੀ ਗੱਲ ਹੁੰਦੀ ਹੈ, ਥਾਣਿਆਂ ਦੀ ਗੱਲ ਹੁੰਦੀ ਹੈ, ਤਾਂ ਪੰਜਾਬ ਨੇ ਬਹੁਤ ਕੁਝ ਅਤੀਤ ਦੇ ਵਿੱਚ ਹੰਢਾਇਆ ਤੇ ਅੱਜ ਵੀ ਹੰਢਾ ਰਿਹਾ। ਬਿਲਕੁਲ ਬੜਾ ਵੈਲਕਮਿੰਗ ਸਟੇਟਮੈਂਟ ਹੈਗੀ ਹੈ, ਕਿਉਂਕਿ ਕਸਟੋਡੀਅਲ ਟਾਰਚਰ ਤੇ ਪੁਲਿਸ ਟਾਰਚਰ ਤੇ ਬਹੁਤ ਘੱਟ ਜੱਜ ਹਿੰਮਤ ਨਾਲ ਬੋਲਦੇ ਨੇ। ਹਾਲਾਂਕਿ ਸਾਡੇ ਸੁਪਰੀਮ ਕੋਰਟ ਨੇ ਔਰ ਸਾਡੇ ਹਾਈ ਕੋਰਟਸ ਨੇ ਕਾਫੀ ਦੇਰ ਤੋਂ ਪੁਲਿਸ ਐਟਰੋਸਿਟੀਜ਼ ਬਾਰੇ ਬੋਲਿਆ ਔਰ ਜਜਮੈਂਟਸ ਦਿੱਤੀਆਂ। ਜਸਵੰਤ ਸਿੰਘ ਖਾਲੜਾ ਕੇਸ ਦੀ ਜਜਮੈਂਟ ਸੁਪਰੀਮ ਕੋਰਟ ਨੇ ਜਦੋਂ 5 ਪੁਲਿਸ ਅਫਸਰਾਂ ਨੂੰ ਸਜ਼ਾਏ ਉਮਰ ਕੈਦ ਦਿੱਤਾ ਸੀ, 4 ਨਵੰਬਰ 2011 ਦੀ ਜਜਮੈਂਟ ਵਿੱਚ ਉਹਨਾਂ ਨੇ ਨਾ ਕਾਫੀ ਸਟਰੋਂਗਲੀ ਪੁਲਿਸ ਐਟਰੋਸਿਟੀਜ਼ ਬਾਰੇ ਲਿਖਿਆ ਵੀ ਤਾਂ ਬੋਲਿਆ ਵੀ ਜੀ। ਉਦੋਂ ਉਹਨਾਂ ਨੇ ਯਾਦ ਕਰਾਇਆ ਸੀ ਕਿ 1963 ਦੇ ਵਿੱਚ ਯੂਪੀ ਦੇ ਜੱਜ ਹਾਈ ਕੋਰਟ ਦੇ ਜਸਟਿਸ ਮੁੱਲਾ ਨੇ ਕੀ ਕਿਹਾ ਸੀ, ਕਹਿੰਦਾ ਹਾਲਾਂਕਿ ਅਸੀਂ ਉਹਨੂੰ ਐਕਸਪੰਜ ਕਰਦਾ ਸੀ ਸੁਪਰੀਮ ਕੋਰਟ ਨੇ 1963 ਦੀ ਜਜਮੈਂਟ ਵਿੱਚ, ਮਗਰ ਉਹਨਾਂ ਨੇ ਬਹੁਤ ਖਾਸ ਸ਼ਬਦ ਕਹੇ ਸੀ ਔਰ ਇਹਨਾਂ ਨੇ ਯਾਦ ਕਰਾਇਆ ਇਸ ਜਜਮੈਂਟ ਵਿੱਚ 50 ਸਾਲ ਬਾਅਦ, 48 ਸਾਲ ਬਾਅਦ। ਉਹਨਾਂ ਨੇ ਕਿਹਾ ਕਿ ਉਸ ਵੇਲੇ ਇੱਕ ਪੁਲਿਸ ਅਫਸਰ ਨੇ ਇੱਕ FIR ਫਰਜ਼ੀ ਬਣਾਇਆ ਸੀ ਮੁਜਰਮਾਂ ਨੂੰ ਮਦਦ ਦੇਣ ਲਈ, ਤੇ ਜੱਜ ਨੇ ਉਹਨੂੰ ਨੋਟਿਸ ਕੀਤਾ ਸੀ ਕਿ ਤੇਰੇ ਖਿਲਾਫ ਤੂਨੇ ਝੂਠਾ ਪਰਚਾ ਬਣਾਇਆ, ਤੇਰੇ ਖਿਲਾਫ ਸਜ਼ਾ ਹੋਏਗੀ। ਮਗਰ ਫਿਰ ਜੱਜ ਨੇ ਉਹਦੀ ਮਾਫੀ ਮੰਗ ਲਈ, ਮਗਰ ਜੱਜ ਨੇ ਕਿਹਾ ਕਿ ਜੇ ਇਸ ਦੇਸ਼ ਵਿੱਚ ਕੋਈ ਸਭ ਤੋਂ ਖਤਰਨਾਕ ਕ੍ਰਿਮੀਨਲ ਯੂਨਿਟ ਹੈਗਾ, ਸਾਰੇ ਆਰਗੇਨਾਈਜ਼ ਕ੍ਰਾਈਮ ਤੋਂ ਜ਼ਿਆਦਾ ਖਤਰਨਾਕ ਯੂਨਿਟ ਹੈਗਾ ਇੰਡੀਅਨ ਪੁਲਿਸ। ਤੇ ਜਦੋਂ ਯੂਪੀ ਸਰਕਾਰ ਨੇ ਕਿਹਾ ਕਿ ਬੜੇ ਐਕਸਟ੍ਰੀਮ ਇਵੈਂਟ ਨੇ, ਬੜੇ ਐਕਸਟ੍ਰੀਮ ਕਮੈਂਟਸ ਨੇ, ਉਹ ਕਹਿੰਦਾ ਮੈਂ ਇੰਨਾ ਚੇਂਜ ਕਰ ਸਕਦਾ ਕਿ ਯੂਪੀ ਪੁਲਿਸ ਮੈਂ ਕਹਿ ਦਿੰਦਾ, ਕਿਉਂਕਿ ਇੰਡੀਅਨ ਪੁਲਿਸ ਸਾਰੀ ਤਾਂ ਨਹੀਂ ਇਦਾਂ ਦੀ ਹੈ, ਪਰ ਯੂਪੀ ਪੁਲਿਸ ਸਰਟਨਲੀ ਇਹੋ ਜਿਹੀ ਹੈ ਕਿ ਕਿਸੇ ਵੀ ਕ੍ਰਿਮੀਨਲ ਗੈਂਗ ਨੂੰ ਮਾਤ ਕਰ ਸਕਦੀ ਹੈ। ਅੱਜ ਵੀ ਯੂਪੀ ਦੇ ਵਿੱਚ ਸਭ ਤੋਂ ਜ਼ਿਆਦਾ ਕਸਟੋਡੀਅਲ ਡੈਥਸ ਹੁੰਦੀਆਂ। 2019-20 ਦੇ ਸਾਲ ਵਿੱਚ ਹੋਮ ਮਿਨਿਸਟਰ ਨੇ ਦੱਸਿਆ ਪਾਰਲੀਮੈਂਟ ਵਿੱਚ ਕਿ 5 ਡੈਥਸ ਜੇਲਾਂ ਤੇ ਪੁਲਿਸ ਸਟੇਸ਼ਨ ਹਰ ਰੋਜ਼ ਹੁੰਦੀਆਂ ਇਸ ਮੁਲਕ ਵਿੱਚ। ਤੁਸੀਂ ਸੋਚ ਸਕਦੇ ਹੋ ਕਿੰਨਾ ਟਾਰਚਰ ਹੁੰਦਾ ਹੋਏਗਾ, ਕਿੰਨਾ ਤਸ਼ੱਦਦ ਹੁੰਦਾ ਹੋਏਗਾ ਕਿ 5 ਬੰਦੇ ਤਾਂ ਮਰ ਜਾਂਦੇ ਨੇ, ਫਿਰ ਕੇਸ ਦਰਜ ਹੁੰਦੇ ਨੇ, ਇਨਕੁਆਇਰੀਆਂ ਹੁੰਦੀਆਂ ਨੇ। ਸੋਚ ਸਕਦੇ ਹੋ ਕਿੰਨਾ ਜ਼ਿਆਦਾ ਸਾਡੇ ਮੁਲਕ ਵਿੱਚ ਸਾਰੀ ਇਨਵੈਸਟੀਗੇਸ਼ਨ ਕੁੱਟਮਾਰ ਦੀ ਇਨਵੈਸਟੀਗੇਸ਼ਨ ਹੈ, ਕੋਈ ਸਾਇੰਟਿਫਿਕ ਇਨਵੈਸਟੀਗੇਸ਼ਨ ਨਹੀਂ ਜੀ। ਬੈਂਸ ਸਾਹਿਬ, ਸਭ ਤੋਂ ਪਹਿਲਾਂ ਜਦੋਂ ਸਵਾਲ ਉੱਠਦਾ ਹੈ ਕਿ ਉਹਨਾਂ ਨੇ ਵੀ ਗੱਲ ਕੀਤੀ ਚੀਫ ਜਸਟਿਸ ਸਾਹਿਬ ਰਮੰਨਾ ਹੋਣਾ ਨੇ ਕਿ ਕਾਨੂੰਨੀ ਜਿਹੜੀ ਪ੍ਰਕਿਰਿਆ ਹੈ, ਲੋਕਾਂ ਤੱਕ ਜਿਹੜੀ ਕਾਨੂੰਨੀ ਸਹਾਇਤਾ ਆ ਉਹ ਨਹੀਂ ਪਹੁੰਚਦੀ। ਫਿਰ ਥਾਣਿਆਂ ਦੇ ਵਿੱਚ ਕਿਉਂ ਨਹੀਂ ਮਤਲਬ ਕਿ ਇੱਕ ਬੈਂਚ ਇਹੋ ਜਿਹਾ ਬਣਾ ਦਿੱਤਾ ਜਾਂਦਾ ਜਿਹੜਾ ਉੱਥੇ ਨਾਲੋਂ ਨਾਲ ਲੋਕਾਂ ਨੂੰ ਕਾਨੂੰਨੀ ਸਹਾਇਤਾ ਵੀ ਜਿਹੜੀ ਫ੍ਰੀ ਹੁੰਦੀ ਆ ਉਹ ਮਿਲ ਜੇ, ਲੋਕਾਂ ਨੂੰ ਪਤਾ ਲੱਗ ਸਕੇ ਕਿ ਆਖਿਰਕਾਰ ਉਹਨਾਂ ਦੇ ਹਿਊਮਨ ਰਾਈਟਸ ਦੀ ਵਾਇਲੈਂਸ ਜਿਹੜੀ ਆ ਉਹ ਕਿਸ ਢੰਗ ਨਾਲ ਹੋ ਰਹੀ ਹੈ, ਕਿਵੇਂ ਉਹ ਆਪਣਾ ਬਚਾਅ ਕਰ ਸਕਦੇ ਨੇ ਮੁੱਢਲੇ ਤੌਰ ਦੇ ਉੱਤੇ। ਕਿਸੇ ਵੀ ਮੁਲਕ ਵਿੱਚ ਜਦੋਂ ਰਿਫਾਰਮ ਆਇਆ ਹੈ ਨਾ ਪੁਲਿਸ ਨੇ, ਉਹ ਰਿਫਾਰਮਸ ਆਉਂਦੇ ਡਿਪਾਰਟਮੈਂਟ ਦੇ ਥਰੂ। ਸਰਕਾਰ ਜੇ ਆਪ ਚਾਹੇ ਜੱਜਿਸ ਦੇ ਕਹਿਣ ਤੇ, ਸੁਪਰੀਮ ਕੋਰਟ ਦੇ ਕਹਿਣ ਤੇ, ਹਾਈ ਕੋਰਟ ਦੇ ਕਹਿਣ ਤੇ ਸਜ਼ਾ ਤਾਂ ਹੋ ਸਕਦੀ ਕਿਸੇ ਪੁਲਿਸ ਅਫਸਰ ਨੂੰ, ਬਟ ਜਿਹੜੇ ਸਿਸਟਮੈਟਿਕ ਰਿਫਾਰਮਸ ਨੇ, ਜੇ ਇੰਗਲੈਂਡ ਦੇ ਵਿੱਚ ਉਹ ਹਰ ਬੰਦਾ ਪੁਲਿਸ ਨੂੰ ਆਪਣਾ ਦੋਸਤ ਸਮਝਦਾ,
ਬਟ ਉੱਥੇ ਇਸ ਚੀਜ਼ ਰਿਫਾਰਮ ਆਇਆ ਕਿ ਜਦੋਂ ਕੋਈ ਨੂੰ ਅਰੈਸਟ ਕਰਦੇ ਤੇ ਇੱਕ ਸਰਜਨ ਦੀ ਡਿਊਟੀ ਹੁੰਦੀ ਹੈ ਕਿ ਤੂੰ ਜਿਹੜਾ ਡਿਟੈਨੀਓ ਹੈ ਜਿਹਨੂੰ ਪਕੜਿਆ ਹੈ ਉਹਦੇ ਮਨੁੱਖਿਤ ਕਰਾਂ ਦੀ ਤੇਰੀ ਜ਼ਿੰਮੇਵਾਰੀ। ਜੇ ਉਹਨੂੰ ਕਿਸੇ ਨੇ ਕੁੱਟਿਆ ਟੌਰਚਰ ਕੀਤਾ ਤੈਨੂੰ ਸਜ਼ਾ ਮਿਲੇਗੀ। ਤਾਂ ਇੱਕ ਆਫਿਸਰ ਇੰਟਰੋਗੇਟ ਕਰਦਾ, ਇਨਵੈਸਟੀਗੇਸ਼ਨ ਆਫਿਸਰ ਹੁੰਦਾ ਜਾਂ ਇੰਟਰਵਿਊ ਕਰਦਾ, ਉਹ ਤਾਂ ਇੰਟਰੋਗੇਸ਼ਨ ਕਹਿੰਦੇ ਨੇ, ਇੰਟਰਵਿਊ ਕਹਿੰਦੇ ਨੇ। ਤੇ ਦੂਸਰਾ ਅਫਸਰ ਇਹ ਦੇਖਦਾ ਕਿ ਉਹਦੇ ਜਿਹੜੇ ਲੀਗਲ ਰਾਈਟਸ ਆ ਉਹ ਰਿਸਪੈਕਟਡ ਹੋਣ, ਕਿਉਂਕਿ ਉਹਦੀ ਜ਼ਿੰਮੇਵਾਰੀ। ਹੁਣ ਜਦ ਤੱਕ ਅਸੀਂ ਪੁਲਿਸ ਸਟੇਸ਼ਨ ਦੇ ਵਿੱਚ ਵਾਕਿਆ ਇੱਕ ਹਿਊਮਨ ਰਾਈਟਸ ਆਫਿਸਰ ਨਹੀਂ ਲਾਉਂਦੇ, ਜਿਹਦਾ ਕੰਮ ਹੀ ਇਹ ਹੋਏਗਾ ਦੂਸਰੇ ਪੁਲਿਸ ਅਫਸਰਾਂ ਤੇ ਨਜ਼ਰ ਰੱਖਣਾ, ਦੂਸਰੇ ਪੁਲਿਸ ਅਫਸਰਾਂ ਨੂੰ ਉਹਨੂੰ ਇੰਸ਼ੋਰ ਕਰਨਾ ਕਿ ਉਹ ਕਾਨੂੰਨ ਨੂੰ ਫੋਲੋ ਕਰਨ, ਫਿਰ ਕਿਤੇ ਸੰਭਾਵਨਾ ਬਣਦੀ ਹੈ ਕਿ ਸਾਡੇ ਵਿੱਚ ਕਸਟੋਡੀਅਲ ਡੈਥਸ ਖਤਮ ਹੋਣਗੀਆਂ, ਟੌਰਚਰ ਖਤਮ ਹੋਏਗਾ ਤੇ ਜਿਹੜੀ ਇਨਵੈਸਟੀਗੇਸ਼ਨ ਆ ਉਹ ਸਾਇੰਟਿਫਿਕ ਤਰੀਕੇ ਨਾਲ ਹੋਏਗੀ। ਇਨਫੈਕਟ 1963 ਵਿੱਚ ਸੁਪਰੀਮ ਕੋਰਟ ਨੇ ਇਹ ਵੀ ਕਿਹਾ ਸੀ ਕਿ ਇਹ ਲੱਗਦਾ ਹੈ ਕਿ ਸਾਡੀ ਪੁਲਿਸ ਨੂੰ ਇੱਕ ਆਦਤ ਪੈ ਗਈ ਕਿ ਉਹਨਾਂ ਦਾ ਮਾਈਂਡਸੈਟ ਬਣ ਗਿਆ ਕਿ ਲਾਫੁਲ ਤਰੀਕੇ ਨਾਲ ਕਾਨੂੰਨ ਦੇ ਹਿਸਾਬ ਨਾਲ ਇਨਵੈਸਟੀਗੇਸ਼ਨ ਹੋ ਹੀ ਨਹੀਂ ਸਕਦੀ, ਇਸ ਕਰਕੇ ਕਾਨੂੰਨ ਤੋੜ ਕੇ ਇਨਵੈਸਟੀਗੇਸ਼ਨ ਕਰਨੀ। ਔਰ ਇਹ ਮਾਈਂਡਸੈਟ ਹਲੇ ਤੱਕ ਵੀ ਹੈ। ਜਿਹੜਾ ਸਾਰੀ ਫਿਲਾਸਫੀ ਆਫ ਫੇਕ ਇਨਕਾਊਂਟਰਸ ਹੈ ਅੱਜ ਤੱਕ ਇਹੀ ਹੈ ਕਿ ਜੇ ਅਸੀਂ ਕਾਨੂੰਨ ਦੇ ਹਿਸਾਬ ਨਾਲ ਫੋਲੋ ਕਰੀਏ ਤਾਂ ਜੀ ਹੋ ਹੀ ਨਹੀਂ ਸਕਦਾ। ਕ੍ਰਿਮੀਨਲ ਕਿਹੜਾ ਦੱਸਦੇ ਨੇ, ਕ੍ਰਿਮੀਨਲ ਕਿਹੜਾ ਬੋਲਦੇ ਨੇ, ਸਾਇੰਟਿਫਿਕ ਐਵੀਡੈਂਸ ਨੂੰ ਬੜਾ ਟਾਈਮ ਲੱਗ ਜਾਂਦਾ, ਅਸੀਂ ਗਰੀਬ ਕੰਟਰੀ ਹੈ, ਸਾਡੀ ਪੁਲਿਸ ਫੋਰਸ ਹੈ ਨਹੀਂ। ਇਹੋ ਜਿਹੀਆਂ ਮਾਈਂਡਸੈਟ ਹਲੇ ਵੀ ਐਗਜ਼ਿਸਟ ਕਰਦਾ ਹੈ 50 ਸਾਲ ਬਾਅਦ। 1963 ਤੋਂ ਲੈ ਕੇ ਕਿੰਨੇ ਸਾਲ ਹੋ ਗਏ ਨੇ, ਹਲੇ ਵੀ ਉਹੀ ਮਾਈਂਡਸੈਟ ਐਗਜ਼ਿਸਟ ਕਰਦਾ। ਇਸ ਕਰਕੇ ਇਹ ਜਿਹੜੀ ਆਸ਼ਾ ਵੱਧਦੀ ਹੈ ਕਿ ਜੇ ਚੀਫ ਜਸਟਿਸ ਐਟਲੀਸਟ ਇਹੋ ਜਿਹੇ ਗੱਲਾਂ ਕਰਨੇ ਸ਼ੁਰੂ ਕਰ ਦੇਣ, ਥੱਲੇ ਫਿਰ ਹਾਈ ਕੋਰਟ ਦੇ ਜੱਜ ਇਹ ਗੱਲਾਂ ਕਰਨ ਜਾਂ ਇਹੋ ਜਿਹੇ ਇੰਸਟਰਕਸ਼ਨਾਂ ਪਾਸ ਕਰਨ, ਫਿਰ ਮੈਜਿਸਟਰੇਟ ਸੈਂਸਿਟਾਈਜ਼ ਹੋਏ, ਫਿਰ ਕਿਤੇ ਪੁਲਿਸ ਆਫਸਰ ਸੈਂਸਿਟਾਈਵ ਹੋਣਗੇ ਕਿ ਘੱਟੋ ਘੱਟ ਇਸ ਤਰੀਕੇ ਦਾ ਇਨਵੈਸਟੀਗੇਸ਼ਨ ਕਿਸੇ ਵੀ ਮਾਡਰਨ ਡੈਮੋਕ੍ਰੇਸੀ ਵਿੱਚ ਨਹੀਂ ਹੁੰਦੀ। ਇੱਕ ਅਫੈਂਸ ਨੂੰ ਲੱਭਣ ਲਈ ਤੁਸੀਂ ਹੋਰ ਅਫੈਂਸ ਤਾਂ ਨਹੀਂ ਕਮਿਟ ਕਰਦੇ। ਸਸਪੈਕਟ ਨੇ ਪਤਾ ਨਹੀਂ ਕੀਤਾ ਕਿ ਨਹੀਂ ਕੀਤਾ, ਬਟ ਤੁਸੀਂ ਸਸਪੈਕਟ ਨੂੰ ਕੁੱਟਮਾ ਕੇ ਇੱਕ ਹੋਰ ਅਫੈਂਸ ਤਾਂ ਬਣਾਈ ਦਿੰਦੇ ਨੇ। ਉਹਦੇ ਨਾਲ ਜਿਹੜਾ ਐਲੀਨੇਸ਼ਨ ਹੁੰਦੀ ਹੈ, ਸਾਰੇ ਬੰਦੇ ਇੱਥੇ ਮੁਹਾਵਰਾ ਬਣਿਆ ਕਿ ਪੁਲਿਸ ਅਫਸਰ ਦੇ ਨਾਲ ਕੋਈ ਰਿਸ਼ਤਾ ਨਾ ਬਣਾਓ, ਨਾ ਦੋਸਤੀ ਬਣਾਓ, ਨਾ ਦੁਸ਼ਮਣੀ ਬਣਾਓ। ਇਹਦਾ ਕੀ ਮਤਲਬ ਹੈ? ਕਿਸੇ ਨੂੰ ਯਕੀਨ ਹੀ ਨਹੀਂ ਹੈ ਕਿ ਪੁਲਿਸ ਇਨਸਾਫ ਕਰੇਗੀ, ਕਿਸੇ ਨੂੰ ਯਕੀਨ ਹੀ ਨਹੀਂ ਹੈ ਕਿ ਦੁੱਖ ਵੇਲੇ ਤੁਸੀਂ ਪੁਲਿਸ ਦੀ ਮਦਦ ਮੰਗੋ। ਬੈਂਕ ਸਾਹਿਬ, ਜਦੋਂ ਸਾਰਾ ਕੁਝ ਅਦਾਲਤਾਂ ਦੇ ਧਿਆਨ ਵਿੱਚ ਹੈ, ਇਹ ਵੀ ਧਿਆਨ ਵਿੱਚ ਹੈ ਕਿ ਪੁਲਿਸ ਤੇ ਸਿਆਸੀ ਲੋਕਾਂ ਦਾ ਜਿਹੜਾ ਨੈਕਸਸ ਹੁੰਦਾ ਉਹ ਕਿਸ ਤਰ੍ਹਾਂ ਕੰਮ ਕਰਦਾ, ਫਿਰ ਇਹਦੇ ਉੱਤੇ ਕੋਈ ਠੋਸ ਐਕਸ਼ਨ ਕਿਉਂ ਨਹੀਂ ਲਿਆ ਜਾਂਦਾ? ਆਫ ਦੀ ਰਿਕਾਰਡ ਤਾਂ ਗੱਲ ਕੀਤੀ ਜਾਂਦੀ ਹੈ, ਪਰ ਜਦੋਂ ਕੋਈ ਜੱਜ ਸਾਹਿਬਾਨ ਕੁਰਸੀ ਤੇ ਜਾ ਕੇ ਬਹਿੰਦੇ ਨੇ ਤਾਂ ਉੱਥੋਂ ਕੋਈ ਇਹੋ ਜਿਹਾ ਫੈਸਲਾ ਨਹੀਂ ਸਾਹਮਣੇ ਆਉਂਦਾ। ਹਾਲਾਂਕਿ ਉਹਨਾਂ ਨੇ ਕਿਸੇ ਲੈਕਚਰ ਦੇ ਵਿੱਚ ਆਪਣੇ ਵੱਲੋਂ ਇੱਕ ਭਾਸ਼ਣ ਦਿੱਤਾ, ਉੱਥੇ ਆਪਣੀ ਗੱਲ ਰੱਖੀ ਆ, ਪਰ ਫਿਰ ਵੀ ਇਹ ਕਿਉਂ ਨਹੀਂ ਰਿਕਾਰਡ ਦੇ ਉੱਤੇ ਲਿਆ ਕੇ ਸਭ ਦੇ ਉੱਤੇ ਉਸ ਤਰੀਕੇ ਨਾਲ ਕਾਰਵਾਈ ਕੀਤੀ ਜਾਂਦੀ ਜਿਵੇਂ ਲੋਕ ਚਾਹੁੰਦੇ ਨੇ? ਉਮੀਦ ਤਾਂ ਲੋਕਾਂ ਨੂੰ ਜਾਗ ਜਾਂਦੀ ਹੈ ਕਿ ਸ਼ਾਇਦ ਉਹਨੂੰ ਇਨਸਾਫ ਮਿਲੇਗਾ। ਬਿਲਕੁਲ, ਮਗਰ ਹੁਣ ਜਿਹੜਾ ਮਾਹੌਲ ਬਣ ਗਿਆ ਹੈ ਜਸਟਿਸ ਲੋਆ ਦੀ ਡੈਥ ਤੋਂ ਬਾਅਦ, ਜਸਟਿਸ ਗਗੋਈ ਦੇ ਜਿਹੜੀ ਹੈ ਸਪਾਈਵੇਅਰ ਨਾਲ ਉਹਨਾਂ ਨੂੰ ਡਰਾ ਕੇ, ਉਹਨਾਂ ਦੇ ਝੂਠੇ ਇਲਜ਼ਾਮ ਲਗਾ ਕੇ ਉਹਨਾਂ ਨੂੰ ਡਰਾ ਕੇ ਜਜਮੈਂਟਸ ਦਿੱਤੀਆਂ ਗਈਆਂ। ਜਿਸ ਤਰ੍ਹਾਂ ਇੱਕ ਜੱਜ ਹੁਣ ਟੈਂਪੋ ਨੇ ਸਿੱਧਾ ਮਾਰ ਦਿੱਤਾ ਐਕਸੀਡੈਂਟ ਦਿਖਾਉਣ ਲਈ ਜਾਂ ਮਾਰਨ ਲਈ। ਇਹਨਾਂ ਹਾਲਾਤਾਂ ਵਿੱਚ ਆਮ ਜੱਜ ਤਾਂ ਬਹੁਤ ਡਰ ਜਾਂਦਾ, ਆਮ ਬੰਦੇ। ਸੋ ਅਸੀਂ ਜੱਜ ਨੂੰ ਤੇ ਇਹਨਾਂ ਐਕਸਪੈਕਟ ਨਹੀਂ ਕਰਦੇ ਕਿ ਉਹ ਬਿਲਕੁਲ ਐਕਟਿਵਿਸਟ ਹੋਣਗੇ, ਜਾਨ ਦੀ ਬਾਜੀ ਲਾਉਣਗੇ ਲੋਕਾਂ ਦੇ ਹੱਕਾਂ ਲਈ। ਉਹ ਬਹੁਤ ਰੇਅਰ ਬੰਦੇ ਹੁੰਦੇ ਨੇ, ਸੰਤ ਹੁੰਦੇ ਨੇ, ਹੋਰ ਤਰ੍ਹਾਂ ਦੇ ਹੁੰਦੇ ਨੇ। ਜੱਜ ਤਾਂ ਰੂਟੀਨ ਦੇ ਵਿੱਚ ਨਾਰਮਲ ਬੰਦੇ ਹੁੰਦੇ ਨੇ। ਉਹ ਜਦੋਂ ਦੇਸ਼ ਦਾ ਮਾਹੌਲ ਇੱਕ ਡਰਾਉਣ ਦਾ ਹੋਵੇ, ਜਦੋਂ ਦੇਸ਼ ਦਾ ਐਗਜ਼ੈਕਟਿਵ ਆਰਮ ਕਿਸੇ ਵੀ ਮੈਥਡ ਨਾਲ ਜੁਡੀਸ਼ਰੀ ਨੂੰ ਆਪਣੇ ਤਰੀਕੇ ਨਾਲ ਇਨਫਲੂਐਂਸ ਕਰਨਾ ਚਾਹੁੰਦਾ ਹੋਵੇ, ਉਸ ਮਾਹੌਲ ਵਿੱਚ ਫਿਰ ਇਹਨਾਂ ਕੇਸਾਂ ਵਿੱਚ ਐਗਜ਼ੈਂਪਲਰੀ ਪਨਿਸ਼ਮੈਂਟ ਦੇਣਾ ਜਾਂ ਐਕਸ਼ਨ ਲੈਣਾ ਬਹੁਤ ਔਖਾ ਹੋ ਜਾਂਦਾ। ਤੁਸੀਂ ਦੇਖਿਆ ਪਿਛਲੇ ਸੁਪਰੀਮ ਕੋਰਟ ਨੇ ਕਿਵੇਂ ਕਦੇ ਵੀ ਪਿਛਲੇ ਕਈ ਸਾਲਾਂ ਤੋਂ ਸਰਕਾਰ ਦੇ ਖਿਲਾਫ ਕੋਈ ਮੇਜਰ ਡਿਸੀਜਨ ਲੈਣ ਤੋਂ ਹਮੇਸ਼ਾ ਕਤਰਾਇਆ, ਜਾਂ ਉਹ ਪੋਸਟਪੋਨ ਕਰਤਾ, ਉਹਦੀ ਸੁਣਵਾਈ ਨਹੀਂ ਕੀਤੀ ਕੇਸਾਂ ਦੀ। ਸਪੈਸ਼ਲੀ 370 ਅਮੈਂਡਮੈਂਟ, ਹੇਬੀਅਸ ਕਾਰਪਸ ਲੋਕੀ ਰਿਟੈਂਸ਼ਨ ਦੇ ਵਿੱਚ ਹੈ। ਇਹ ਸਾਰੀਆਂ ਗੱਲਾਂ ਤੇ ਸੁਪਰੀਮ ਕੋਰਟ ਡਿਲੇ ਕਰਦਾ ਰਿਹਾ। ਇਹਦੇ ਵਿੱਚ ਬਹੁਤ ਵੱਡਾ ਰੋਲ ਹੈ ਐਟਮੋਸਫੇਅਰ ਆਫ ਟੈਰਰ ਦਾ। ਟੈਰਰ ਆਮ ਲੋਕਾਂ ਵਿੱਚ ਨਹੀਂ ਹੈ, ਇਹ ਟੈਰਰ ਐਕਚੁਅਲੀ ਸੁਪਰੀਮ ਕੋਰਟ ਤੱਕ ਪਹੁੰਚ ਗਿਆ ਔਰ ਸਰਕਾਰ ਦਾ ਟੈਰਰ ਹੈ, ਕੋਈ ਪਾਕਿਸਤਾਨ ਦਾ ਟੈਰਰ ਨਹੀਂ। ਸੋ ਜਦੋਂ ਇਹੋ ਜਿਹਾ ਮਾਹੌਲ ਬਣ ਜਾਏ, ਲੋਕਾਂ ਦੇ ਹੱਕ ਤਾਂ ਇਮੀਡੀਏਟਲੀ ਲੋਕਾਂ ਦੇ ਹੱਕਾਂ ਦੀ ਜਿਹੜੀ ਇਨਫੋਰਸਮੈਂਟ ਹੈ ਉਹ ਬਹੁਤ ਔਖੀ ਹੋ ਜਾਂਦੀ। ਹੁਣ ਇਹ ਮਾਹੌਲ ਟੁੱਟਿਆ, ਹੁਣ ਸਰਕਾਰ ਦੀ ਕ੍ਰੈਡੀਬਿਲਿਟੀ ਥੱਲੇ ਗਈ ਹੈ। ਉਹਦਾ ਵੱਡਾ ਕ੍ਰੈਡਿਟ ਮੈਂ ਕਿਸਾਨ ਅੰਦੋਲਨ ਨੂੰ ਦਿੰਦਾ, ਕਿਉਂਕਿ ਉਹ ਨਹੀਂ ਡਰੇ ਤਾਂ ਹੌਲੀ ਹੌਲੀ ਬਾਕੀ ਇੰਸਟੀਟਿਊਸ਼ਨਸ ਵੀ ਜਾਨ ਪੈ ਗਈ। ਇਹਨਾਂ ਹਾਲਾਤਾਂ ਵਿੱਚ ਜਦੋਂ ਸਰਕਾਰ ਲਾਫੁਲ ਚੱਲਦੀ ਹੈ, ਬੜੇ ਉਦੋਂ ਕੋਰਟ ਵੀ ਬੋਲਡ ਹੋ ਜਾਂਦੇ ਨੇ। ਪਰ ਜਦੋਂ ਵੀ
ਸਰਕਾਰ ਡਿਕਟੋਰੀਅਲ ਹੁੰਦੀ ਹੈ, ਟਿਰੈਨਿਕਲ ਹੁੰਦੀ ਹੈ। ਆਪਾਂ ਐਮਰਜੈਂਸੀ ਵਿੱਚ ਦੇਖਿਆ ਸੀ, ਇੰਦਰਾ ਗਾਂਧੀ ਨੇ ਜੋ ਡਰਾਇਆ ਤਾਂ ਸਾਰਾ ਸੁਪਰੀਮ ਕੋਰਟ ਡਰ ਗਿਆ। तो उदो भी उन्होंने यही कहता कि कोई आजादी नहीं है, संविधान के अंदर कोई आजादी नहीं है, प्रेसिडेंट ने सस्पेंड करते फंडामेंटल राइट्स, हम चुप करके बैठ जा। हालांकि रोल है बिल्कुल नहीं है। उससे वेले लोड से सुप्रीम कोर्ट ये कहना कि सरकारें नहीं कर सकती, चाहे वो जजां ਨੂੰ जेल च पा दे। ਆਪਾਂ ਪਾਕਿਸਤਾਨ 'ਚ ਬਿਲਕੁਲ ਉਲਟਾ ਮਾਹੌਲ ਦੇਖਿਆ। ਉੱਥੇ ਉਹਨਾਂ ਨੇ ਕੋਸ਼ਿਸ਼ ਕੀਤੀ ਸਾਰੇ ਮੁਲਕ ਨੂੰ ਡਰਾਉਣ ਦੀ, ਔਰ ਵਕੀਲਾਂ ਜੱਜਾਂ ਨੇ ਲੋਕਤੰਤਰ ਨੂੰ ਬਹਾਲ ਕਰਤਾ। ਉਸ ਹਾਲਾਂਕਿ ਉਹਨਾਂ ਨੇ ਚੀਫ ਜਸਟਿਸ ਨੂੰ ਅਰੈਸਟ ਕਰ ਲਿਆ, ਪ੍ਰੋਟੈਸਟ ਹੋਈ, ਸਾਰੇ ਦੇਸ਼ ਨੇ ਚੀਫ ਜਸਟਿਸ ਨੂੰ ਦੁਬਾਰਾ ਰਿਸਟੋਰ ਕੀਤਾ ਉਹਦਾ ਆਫਿਸ, ਫਿਰ ਇੰਡੀਪੈਂਡੈਂਸ ਲਈ। ਹੁਣ ਉਹ ਸੁਪਰੀਮ ਕੋਰਟ ਕਿੰਨੀ ਜ਼ਿਆਦਾ ਬੋਲਡਲੀ ਕੰਮ ਕਰ ਰਿਹਾ। ਕਦੀ ਹਿੰਦੁਸਤਾਨ ਦਾ ਸੁਪਰੀਮ ਕੋਰਟ ਇਦਾਂ ਕੰਮ ਕਰਦਾ ਹੁੰਦਾ ਸੀ ਕਿਸੇ 50-60 ਸਾਲ, ਹੁਣ ਉਹ ਕੰਮ 50-60 ਸਾਲ ਤੋਂ ਬਾਅਦ ਹੁਣ ਪਾਕਿਸਤਾਨ ਸੁਪਰੀਮ ਕੋਰਟ ਕਰ ਰਿਹਾ। ਜਿੰਨਾ ਮਰਜ਼ੀ ਆਪਾਂ ਪਾਕਿਸਤਾਨ ਨੂੰ ਕਹੀਏ ਗਲਤ ਹੈ ਮੁਲਕ ਹੈ, ਇਸ ਵੇਲੇ ਉਹਨਾਂ ਦਾ ਜਿਹੜਾ ਸੁਪਰੀਮ ਕੋਰਟ ਹੈ ਸਾਡੇ ਸੁਪਰੀਮ ਕੋਰਟ ਨੂੰ ਜ਼ਿਆਦਾ ਹਿੰਮਤ ਨਾਲ ਔਰ ਸਰਕਾਰ ਤੋਂ ਜ਼ਿਆਦਾ ਇੰਡੀਪੈਂਡੈਂਸ ਨਾਲ ਕੰਮ ਕਰ ਰਿਹਾ। ਬਿਲਕੁਲ, ਪਰ ਜਦੋਂ ਹੁਣ ਇਸ ਤਰ੍ਹਾਂ ਦੀ ਗੱਲ ਕੀਤੀ ਹੈ ਤਾਂ ਸ਼ਾਇਦ ਲੋਕ ਦੇਸ਼ ਧਰੋਹੀ ਵੀ ਕਹਿਣ ਲੱਗ ਜਾਣਗੇ ਇੱਥੇ ਕਿ ਪਾਕਿਸਤਾਨ ਦੇ ਸੁਪਰੀਮ ਕੋਰਟ ਦੀ ਤੁਲਨਾ ਜਿਹੜੀ ਉਹ ਭਾਰਤ ਨਾਲ ਕੀਤੀ ਹੈ, ਕਿ ਜਦੋਂ ਜੁਡੀਸ਼ੀਅਰੀ ਸਿਸਟਮ ਦੀ ਗੱਲ ਹੁੰਦੀ ਹੈ। ਆਪਾਂ ਅੱਜ ਉਮੀਦ ਤਾਂ ਕਰਦੇ ਹਾਂ ਬੈਂਸ ਸਾਹਿਬ ਕਿ ਸ਼ਾਇਦ ਕਿਤੇ ਆਜ਼ਾਦਾਨਾ ਤੌਰ ਦੇ ਉੱਤੇ ਆਪਣੀ ਆਵਾਜ਼ ਚੁੱਕਣ ਦੇ ਵਿੱਚ ਕਾਮਯਾਬ ਹੋਣ, ਪਰ ਤੁਹਾਨੂੰ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਫਲ ਹੋ ਸਕਣਗੇ? ਕਿਉਂਕਿ ਜਿਸ ਤਰੀਕੇ ਦੇ ਨਾਲ ਕੇਂਦਰ ਸਰਕਾਰ ਚੱਲ ਰਹੀ ਹੈ, ਭਾਵੇਂ ਉਹ ਕਿਸਾਨੀ ਮਸਲੇ ਨੂੰ ਲੈ ਕੇ ਤੁਸੀਂ ਦੇਖਿਆ ਕਿ ਉਹ ਟਸ ਤੋਂ ਮਸ ਨਹੀਂ ਹੋ ਰਹੇ, ਪਾਰਲੀਮੈਂਟ ਦੇ ਵਿੱਚ ਜਿਵੇਂ ਬਿੱਲ ਲਗਾਤਾਰ ਪਾਸ ਹੋ ਰਹੇ ਨੇ, ਹੁਣ ਤੱਕ ਸੁਪਰੀਮ ਕੋਰਟ ਨੇ ਕੋਈ ਸੂ ਮੋਟੋ ਨੋਟਿਸ ਇਸ ਚੀਜ਼ ਦਾ ਹੁਣ ਨਹੀਂ ਲਿਆ ਕਿ ਅੰਦੋਲਨ ਨੂੰ ਚੱਲਦਿਆਂ 7-8 ਮਹੀਨੇ ਤੋਂ ਉੱਪਰ ਦਾ ਸਮਾਂ ਹੋ ਗਿਆ, ਕਿਸਾਨਾਂ ਦੀ ਉੱਥੇ ਮੌਤ ਹੋ ਰਹੀ ਹੈ, ਕਿਸਾਨ ਲਗਾਤਾਰ ਆਪਣੀਆਂ ਜਾਨਾਂ ਮਾਰ ਰਹੇ ਨੇ। ਪੂਰੇ ਦੇਸ਼ ਦੇ ਵਿੱਚ ਇੱਕ ਤਰ੍ਹਾਂ ਦਾ ਮਾਹੌਲ ਜਿਹੜਾ ਉਹ ਕੇਂਦਰ ਦੀ ਮੋਦੀ ਸਰਕਾਰ ਦੇ ਖਿਲਾਫ ਜਿਹੜਾ ਬਣਿਆ ਹੋਇਆ, ਉਹਦੇ ਉੱਤੇ ਕੁਝ ਕੰਮ ਕਰਨ ਦੀ ਜ਼ਰੂਰਤ ਹੈ, ਪਰ ਹਾਲੇ ਤੱਕ ਕੋਈ ਇਹੋ ਜਿਹਾ ਫੈਸਲਾ ਨਹੀਂ ਜਿਹਨੂੰ ਇਤਿਹਾਸਕ ਕਿਹਾ ਜਾ ਸਕੇ। ਬਿਲਕੁਲ ਅੱਧੇ ਦਿਨ ਦੀ ਸੁਣਵਾਈ ਨਾਲ ਤੁਸੀਂ ਕਹਿ ਸਕਦੇ ਕਿ ਤਿੰਨੋਂ ਕਾਨੂੰਨ ਸੰਵਿਧਾਨ ਦੇ ਵਿੱਚ ਪਾਰਲੀਮੈਂਟ ਕੋਲ ਪਾਵਰ ਹੀ ਨਹੀਂ ਹੈ। 2 ਦਿਨਾਂ ਦੀ ਸੁਣਵਾਈ ਵੀ ਤੁਸੀਂ ਕਹਿ ਸਕਦੇ ਕਿ ਜਿਹੜਾ ਇਹਨਾਂ ਨੇ ਅਮੈਂਡਮੈਂਟ ਕੀਤਾ 370 ਉਹ ਬਿਲਕੁਲ ਸੰਵਿਧਾਨ ਦੇ ਖਿਲਾਫ ਹੈ। 4 ਦਿਨਾਂ ਵਿੱਚ ਤੁਸੀਂ ਕਹਿ ਸਕਦੇ ਕਿ ਸਿਟੀਜ਼ਨ ਅਮੈਂਡਮੈਂਟ ਐਕਟ ਸੰਵਿਧਾਨ ਦੇ ਖਿਲਾਫ ਹੈ, ਡਿਸਕ੍ਰਿਮੀਨੇਟਰੀ ਹੈ ਬਿਲਕੁਲ। ਮਗਰ ਉਹ ਤਿੰਨੋਂ ਇਸ਼ੂਜ਼ ਨੂੰ ਤੁਸੀਂ ਟੱਚ ਨਹੀਂ ਕਰਨਾ ਚਾਹੁੰਦੇ। ਚੌਥਾ ਇਸ਼ੂ ਸਿਵਲ ਲਿਬਰਟੀਜ਼ ਦਾ ਜੰਮੂ ਕਸ਼ਮੀਰ ਦੇ ਵਿੱਚ। ਪੰਜਵਾਂ ਇਸ਼ੂ ਯੂਏਪੀ ਦੇ ਅਮੈਂਡਮੈਂਟ ਬੇਲ। ਇਹ ਇੰਨੇ ਪ੍ਰੈਸਿੰਗ ਇਸ਼ੂ ਹੈ ਸਿਵਲ ਲਿਬਰਟੀਜ਼ ਦੇ ਜਿਹੜਾ ਕਿ ਸੁਪਰੀਮ ਕੋਰਟ ਡਰ ਰਿਹਾ ਉਹਨਾਂ ਕੇਸਾਂ ਨੂੰ ਹੱਥ ਲਾਉਣ। ਸੋ ਇਹਨਾਂ ਹਾਲਾਤਾਂ ਵਿੱਚ ਤੁਸੀਂ ਹੋਪ ਕਦੀ ਸੁਪਰੀਮ ਕੋਰਟ ਤੋਂ ਨਹੀਂ ਰੱਖ ਸਕਦੇ, ਹਾਈ ਕੋਰਟ ਤੋਂ ਨਹੀਂ ਰੱਖ ਸਕਦੇ। ਹੋਪ ਲੋਕਾਂ ਵਿੱਚ ਜਿਹੜੀ ਆਜ਼ਾਦੀ ਦੀ ਸਪਿਰਿਟ ਹੈ ਲੋਕਾਂ ਵਿੱਚ ਜਾਗਣੀ ਚਾਹੀਦੀ ਹੈ, ਉਹਨਾਂ ਦੇ ਦਿਲਾਂ ਵਿੱਚ ਹੈਗੀ ਆ। ਔਰ ਇਸ ਅੰਦੋਲਨ ਨੇ ਦਿਖਾਤਾ ਕਿ ਜਿਹੜੀ ਆਜ਼ਾਦੀ ਦੀ ਸਪਿਰਿਟ ਹੈ ਉਹ ਇੰਨੀ ਬੁਲੰਦ ਹੈ ਕਿ ਉਹਨੂੰ ਹੁਣ ਕੋਈ ਸਰਕਾਰ ਡਰਾ ਕੇ ਨਹੀਂ ਬੰਦ ਕਰ ਸਕਦੀ। ਇਹ ਚਾਹੇ ਚੰਗਾਰੀ ਪੰਜਾਬ ਨੇ ਲਾਈ ਹੈ, ਚਾਹੇ ਹਰਿਆਣਾ ਨੇ ਲਾਈ ਹੈ, ਚਾਹੇ यूपी ने लाई है, मगर किसानों ने इकट्ठे होकर दसता कि वक्त हम बदल गया। हुण तुसीं अंग्रेज़ां वाल सानू डरा नहीं सकते। हुण तुसीं और इसलिए 8 महीने तो सरकार मजबूर हो गई है, बट वो हिम्मत नहीं कर रही कि इन्हां ते गोली चलावे, क्योंकि उन्होंने दिख रहा है कि इन्हां दा एक दिन और उन्होंने इलैक्टरल डिफीट भी नज़र आ रही है। और जिद्दन ने यूपी दे विच इस अंदोलन का फर्क पिया सरकार के खिलाफ, नाल दी नाल ही कानून ही वापस होणगे तो सरकार नूं भी समझ आ जाएगी कि वक्त बदल जाता है। जो लोगों नूं तुसीं कितनी देर तक अपने तरीके नाल डराउण दी कोशिश कर सकते हो या डिवाइड कर सकते हो, ते ओ जदों ओ जिहड़ा इलैक्टरल डिसैप्शन या इलैक्टरल चीटिंग है, मैं तां कहना जो तुसीं देश नूं धर्म के नाम ते जातियां दे नाम ते वंड के वोट लैंदे हो, ये देशद्रोह असली है। वो दो देशद्रोह दी राजनीति करके तुसीं देश नूं कमजोर कीता और इलैक्शनां जित्तियां। हुण ਉਹ ਜਦੋਂ ਹੁਣ ਅਲਟੀ 6 ਸਾਲ ਬਾਅਦ ਲੋਕਾਂ ਨੂੰ ਸਮਝ ਆਇਆ ਕਿ ਇਦਾਂ ਹੋ ਰਿਹਾ, ਔਰ ਕਿਸਾਨਾਂ ਨੇ ਸਮਝਾਇਆ ਕਿ ਇਹ ਤਾਂ ਸਰਕਾਰ ਐਕਚੁਅਲੀ ਸਾਡੀ ਸਰਕਾਰ ਹੀ ਨਹੀਂ, ਇਹ ਤਾਂ ਦੇਸ਼ ਦੀ ਸਰਕਾਰ ਨਹੀਂ, ਇਹ ਤਾਂ ਸਰਕਾਰ ਕੁਝ 2-4 ਬਿਜ਼ਨਸਮੈਨ ਘਰਾਣਿਆਂ ਦੀ ਹੈ। ਫਿਰ ਸਮਝ ਆਇਆ। ਹੁਣ ਹੌਲੀ ਹੌਲੀ ਇਹ ਜਿਹੜੀ ਜਾਗਰਤੀ ਹੈ, ਇਹ ਜਿਹੜੀ ਅਵੇਅਰਨੈਸ ਥੱਲੇ ਜਾ ਰਹੀ ਹੈ ਪਿੰਡ ਤੋਂ ਪਿੰਡ, ਸ਼ਹਿਰ ਤੋਂ ਸ਼ਹਿਰ, ਤੇ ਉਦੋਂ ਫਿਰ ਦੇਸ਼ ਇਕੱਠਾ ਹੁੰਦਾ ਤੇ ਉਦੋਂ ਫਿਰ ਸਰਕਾਰਾਂ ਵੀ ਬਣਦੀਆਂ ਤੇ ਉਦੋਂ ਫਿਰ ਹੱਕ ਵੀ ਬਹਾਲ ਹੁੰਦੇ ਨੇ। ਤੇ ਪੁਲਿਸ ਤਾਂ ਅਲਟੀਮੇਟਲੀ ਸਰਕਾਰ ਦੀ ਇੱਕ ਆਮ ਹੈ, ਲਾਅ ਐਨਫੋਰਸਮੈਂਟ ਦੀ। ਉਹਨੂੰ ਜਿੰਨਾ ਚੰਗੀ ਕਰ ਸਕਦੇ, ਬਹੁਤ ਆਸਾਨ ਹੈ ਚੰਗਾ ਕਰਨਾ, ਬਹੁਤ ਆਸਾਨ ਹੈ ਮਾੜਾ ਕਰਨਾ। ਜਿੱਦਾਂ ਸਰਕਾਰ ਮੌਕੇ ਚਾਹੁੰਦੀ ਹੈ ਉਦਾਂ ਕਰ ਸਕਦੀ ਹੈ, ਕਿਉਂਕਿ ਪੁਲਿਸ ਅਲਟੀਮੇਟਲੀ ਇੱਕ ਬਿਲਕੁਲ ਐਨਫੋਰਸਮੈਂਟ। ਜੀ ਬਿਲਕੁਲ, ਇਹ ਵੀ ਇੱਕ ਸਰਕਾਰ ਦਾ ਹਥਿਆਰ ਬਣ ਚੁੱਕਿਆ। ਅਖੀਰ ਦੇ ਵਿੱਚ ਜਾਂਦੇ ਦੱਸਿਓ ਕਿ ਮਤਲਬ ਇਹ ਸਮਝ ਲਿਆ ਜਾਵੇ ਕਿ ਸੁਪਰੀਮ ਕੋਰਟ ਵੱਲੋਂ ਹੁਣ ਤੱਕ ਜੋ ਟਿੱਪਣੀਆਂ ਆ ਰਹੀਆਂ ਨੇ ਉਹ ਸਿਰਫ ਤੇ ਸਿਰਫ ਇੱਕ ਲੋਕ ਦਿਖਾਵੇ ਵਾਸਤੇ ਹੈ ਕਿ ਨਿਆਂਪਾਲਿਕਾ ਜਿਹੜੀ ਉਹ ਲੋਕਾਂ ਦੇ ਹੱਕ ਵਿੱਚ ਆ,
ਜਿਹੜੇ ਵੱਡੇ ਜਿਵੇਂ ਤੁਸੀਂ ਮੁੱਦੇ ਕਿਹਾ ਕਿ ਜਵਾਪਾ ਹੋ ਗਿਆ ਜਾਂ ਹੋਰ ਜਿੰਨੇ ਵੀ ਹੋ ਗਏ, ਉਹਨਾਂ ਦੇ ਉੱਤੇ ਖੁੱਲ ਕੇ ਨਹੀਂ ਬੋਲਿਆ ਜਾ ਰਿਹਾ। ਨਿੱਕੇ ਨਿੱਕੇ ਮਸਲਿਆਂ ਦੇ ਉੱਤੇ ਮਾੜਾ ਮੋਟਾ ਉਹ ਵੀ ਆਫ ਦੀ ਰਿਕਾਰਡ ਗੱਲ ਹੁੰਦੀ ਹੈ। ਨਹੀਂ ਚਲੋ ਫਿਰ ਵੀ ਬੜੀ ਵੈਲਕਮ ਗੱਲ ਹੈ। ਚੀਫ ਜਸਟਿਸ ਆਫ ਇੰਡੀਆ ਜੇ ਕਿਤੇ ਸੈਮੀਨਾਰ ਦੇ ਵਿੱਚ ਕਹਿੰਦਾ ਹੈ ਤਾਂ ਉਹਦੀ ਬੜੀ ਭਾਰੀ ਸਿਗਨੀਫੀਕੈਂਸ ਹੈ। ਉਹਦਾ ਇਹ ਕਹਿਣਾ ਕਿ ਪੁਲਿਸ ਸਟੇਸ਼ਨ ਵਿੱਚ ਤੁਸੀਂ ਬੰਦਿਆਂ ਦੇ ਹੱਕਾਂ ਦੀ ਸਭ ਤੋਂ ਜ਼ਿਆਦਾ ਵਾਇਓਲੇਸ਼ਨ ਹੁੰਦੀ ਹੈ, ਕਿੰਨੀ ਵੱਡੀ ਸਟੇਟਮੈਂਟ ਹੈ। ਪੁਲਿਸ ਸਟੇਸ਼ਨ ਹੁੰਦੇ ਆ ਹੱਕਾਂ ਦੀ ਰਾਖੀ ਕਰਨ ਲਈ, ਪੁਲਿਸ ਸਟੇਸ਼ਨ ਹੁੰਦੇ ਆ ਮੁਜਰਮਾਂ ਨੂੰ ਫੜਨ ਲਈ, ਪੁਲਿਸ ਸਟੇਸ਼ਨ ਵਿੱਚ ਆਮ ਆਦਮੀ ਨੂੰ ਤਾਂ ਸੁਰੱਖਿਆ ਮਿਲਦੀ ਹੈ। ਉਹ ਚਾਹੀਦਾ ਕਿ ਉਹ ਕੋਈ ਮੁਸੀਬਤ ਹੋਵੇ ਤਾਂ ਭੱਜ ਕੇ ਪੁਲਿਸ ਸਟੇਸ਼ਨ ਜਾਵੇ। ਇਸ ਗੱਲ ਨੂੰ ਅਹਿਸਾਸ ਕਰ ਲੈਣਾ ਕਿ ਪੁਲਿਸ ਸਟੇਸ਼ਨ ਦੇ ਵਿੱਚ ਲੋਕਾਂ ਨੂੰ ਖਤਰਾ ਹੈ, ਉਹਨਾਂ ਦੇ ਹੱਕਾਂ ਨੂੰ ਖਤਰਾ ਹੈ। ਔਰ ਇਹ ਗੱਲ ਜੇ ਚੀਫ ਜਸਟਿਸ ਆਫ ਇੰਡੀਆ ਤੋਂ ਆਏ ਤਾਂ ਇਹ ਬਹੁਤ ਵੱਡੀ ਵਾਰਨਿੰਗ ਹੈ ਸਰਕਾਰ ਲਈ। तो ये एज एन इंडिविजुअल जज बड़ी अच्छी स्टेटमेंट है, बड़ी एग्जाम्पलरी स्टेटमेंट है, ਇਹਦਾ ਅਸਰ ਪਏਗਾ। ਜੀ ਜੀ, ਸ਼ੁਕਰੀਆ ਬੈਂਸ ਸਾਹਿਬ, ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਸਮਾਂ ਦਿੱਤਾ। ਸ਼ੁਕਰੀਆ।